ਜੇ ਇੱਕ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਉਹਨਾਂ ਨਾਲ ਰਲ ਕੇ ਬੈਨੀਫਿਟ ਦਿੱਤਾ, ਸਾਡੇ ਤੋਂ ਕੋਈ ਪਲਾਟਸ ਮੰਗੇ ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਤੁਹਾਨੂੰ ਜ਼ਮੀਨ ਦਿੱਤੀ ਹੈ, ਸਾਡੇ ਜਿਹੜੇ ਉਸ ਹਿਸਾਬ ਨਾਲ ਸਾਨੂੰ ਪਲਾਟ ਦੇਣੇ ਬਣਦੇ ਹੈਗੇ। ਇਸ ਕੇਸ ਦੇ ਵਿੱਚ ਔਰ 5 ਹੋਰ ਸੁਸਾਇਟੀਆਂ ਦੇ ਕੇਸ ਦੇ ਵਿੱਚ ਜਦੋਂ ਇਹ ਗੱਲ ਉਜਾਗਰ ਆਈ ਕਿ ਵੀ ਐਕਚੁਅਲੀ ਤਾਂ ਜਗ੍ਹਾ ਉਹਨਾਂ ਨੇ ਦਿੱਤੀ ਨਹੀਂ, ਇਹ ਜਿਹੜੀ ਚੀਜ਼ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਗੰਭੀਰ ਇਸ਼ੂ ਹੈ। ਉਹਨਾਂ ਨੇ ਇਹਨੂੰ ਰਿਮਾਂਡ ਬੈਕ ਕਰਤਾ ਟੂ ਦ ਹਾਈ ਕੋਰਟ। ਉਹ ਪੇਪਰਸ ਵੀ ਸਿਲੈਕਟਿਵਲੀ ਮਿਸਿੰਗ ਸੀਗੇ ਤਾਂ ਕਿ ਇਹਨਾਂ ਨੂੰ ਲਗਾਤਾਰ ਹੈਲਪ ਮਿਲਦੀ ਰਹੇ। ਉਹ 25 ਪਲਾਟ ਵੀ ਬੜੇ ਇਨੋਸੈਂਟ ਬਾਇਰਸ ਕੋਲੇ ਚਲਾ ਗਿਆ ਹੋਇਆ ਹੈ। ਇਹ ਸਿਸਟਮੈਟਿਕ ਜਿਹੜਾ ਫਰਾਡ ਹੈਗਾ ਵਾ, ਇਸ ਨੇ ਸਾਨੂੰ ਲਗਭਗ ਜਿਹੜੇ ਹੈਗੇ ਵਾ ਅੱਜ ਦੀ ਡੇਟ ਦੇ ਵਿੱਚ 100 ਕਰੋੜ ਦੇ ਨੇੜੇ ਤੇੜੇ ਦੀਆਂ ਉਹ ਪ੍ਰਾਪਰਟੀ ਸੀਗੀਆਂ। ਲੁਧਿਆਣੇ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਇੱਕ ਮੁੱਦਾ ਭਖਿਆ ਕੁਝ ਦਿਨਾਂ ਤੋਂ ਹੀ ਹੈ, ਲੇਕਿਨ ਐਕਚੁਅਲ 'ਚ ਮੁੱਦਾ 35 ਤੋਂ 40 ਸਾਲ ਪੁਰਾਣਾ ਹੈ। ਇਸ ਵਕਤ ਮੌਜੂਦ ਹਾਂ ਲੁਧਿਆਣੇ ਵਿੱਚ, ਜਿਹੜਾ ਪੌਸ਼ ਏਰੀਆ ਕਿਹਾ ਜਾਂਦਾ ਮਾਲ ਟਾਊਨ, ਉਹਦੇ ਬਿਲਕੁਲ ਨਾਲ ਇੱਕ ਕਲੋਨੀ ਲੱਗਦੀ ਹੈ ਜਿਹਨੂੰ ਕਿ ਤੱਕਾ ਕਲੋਨੀ ਵੀ ਕਿਹਾ ਜਾਂਦਾ ਹੈ। ਕਿਉਂਕਿ ਜੇ ਥੋੜ੍ਹਾ ਜਿਹਾ ਬੈਕਗਰਾਊਂਡ ਜਾਈਏ, ਪਿੱਛੇ ਜਾਈਏ ਤਾਂ 35-40 ਸਾਲ ਪਹਿਲਾਂ ਇੰਪਰੂਵਮੈਂਟ ਟਰਸਟ, ਲੁਧਿਆਣਾ ਇੰਪਰੂਵਮੈਂਟ ਟਰਸਟ ਨਾਲ ਇੱਕ ਡੀਲ ਹੋਈ ਸੀ। ਇੱਕ ਸੁਸਾਇਟੀ ਸੀ ਭਗਤ ਸਿੰਘ ਵੈਲਫੇਅਰ ਬਿਲਡਿੰਗ ਹਾਊਸਿੰਗ ਸੁਸਾਇਟੀ, ਅਤੇ ਉਹਦੇ ਨਾਲ ਇੱਕ ਕਰਾਰ ਹੋਇਆ ਸੀਗਾ ਕਿ ਉਹਨਾਂ ਨੂੰ ਇੱਕ ਜ਼ਮੀਨ ਦਿੱਤੀ ਜਾਊਗੀ ਇੰਪਰੂਵਮੈਂਟ ਟਰਸਟ ਨੂੰ, ਅਤੇ ਇੰਪਰੂਵਮੈਂਟ ਟਰਸਟ ਉਹਦੇ ਬਦਲੇ ਉਹਨਾਂ ਨੂੰ ਪਲਾਟ ਇਸ਼ੂ ਕਰਨਗੇ। ਅਤੇ ਪਲਾਟਾਂ ਦੀ ਸੰਖਿਆ ਪਹਿਲਾਂ 19 ਮਿੱਥੀ ਗਈ ਸੀ, ਲੇਕਿਨ ਬਾਅਦ 'ਚ ਹੌਲੀ ਹੌਲੀ 19 ਤੋਂ 35-37 ਕਰਦਿਆਂ ਹੋਇਆਂ 58 ਪਲਾਟਾਂ ਤੱਕ ਗਿਣਤੀ ਪਹੁੰਚ ਗਈ ਸੀ। ਲੇਕਿਨ ਹੈਰਾਨੀ ਉਸ ਗੱਲ ਦੀ ਹੈ ਕਿ ਜ਼ਿਲ੍ਹਾ ਇੰਪਰੂਵਮੈਂਟ ਟਰਸਟ ਨੂੰ ਪਲਾਟਾਂ ਦੇ ਬਦਲੇ 150 ਗਜ ਦੇ ਪਲਾਟ ਸਨ, 150 ਸਕੁਏਅਰ ਯਾਰਡ, 150 ਗਜ ਦੇ ਜ਼ਿਲ੍ਹੇ 58 ਪਲਾਟਾਂ ਦੇ ਬਦਲੇ ਜਿਹੜੀ ਜ਼ਮੀਨ ਦੇਣੀ ਸੀ ਉਹ ਕਿਤੇ ਵੀ ਨਹੀਂ ਦਿੱਤੀ ਗਈ। ਉਹ ਜ਼ਮੀਨ ਸਿਰਫ ਕਾਗਜ਼ਾਂ 'ਚ ਹੀ ਰਹਿ ਗਈ। ਇਹਦੇ ਵਿੱਚ ਵੱਡਾ ਕਸੂਰ ਸੁਸਾਇਟੀ ਦੇ ਇਲਾਵਾ ਨਾਲ ਇੰਪਰੂਵਮੈਂਟ ਟਰਸਟ ਦੇ ਹੀ ਜ਼ਿਲ੍ਹੇ ਮੈਂਬਰ ਸਨ ਜਾਂ ਜ਼ਿਲ੍ਹੇ ਅਧਿਕਾਰੀ ਅਫਸਰ ਸਨ, ਉਹਨਾਂ ਦਾ ਜ਼ਿਆਦਾ ਕਸੂਰ ਨਿਕਲਦਾ ਹੈ, ਕਿਉਂਕਿ ਉਹਨਾਂ ਦੀ ਮਿਲੀ ਭਗਤ ਦੇ ਬਗੈਰ ਇਹ ਕੰਮ ਨਹੀਂ ਹੋ ਸਕਦਾ ਸੀ। ਸੋ ਇਸ ਵਕਤ ਤੁਹਾਨੂੰ ਇਹ ਉਹ ਜਗ੍ਹਾ ਦਿਖਾ ਰਹੇ ਹਾਂ ਜਿੱਥੇ ਇਹ ਸਾਰਾ ਕੁਝ ਹੋਇਆ। ਇਹ ਉਹ ਜਗ੍ਹਾ ਹੈ ਜਿਹੜੀ ਮਾਡਲ ਟਾਊਨ ਦਾ ਜਿਹੜਾ ਐਕਸਟੈਂਸ਼ਨ ਆ ਜਾਂਦਾ, ਉਹਦੇ ਅੱਗੇ ਜਾ ਕੇ ਜਿਹਨੂੰ ਤੱਕਾ ਕਲੋਨੀ ਕਿਹਾ ਜਾਂਦਾ। ਸੋ ਇਹ ਉਹ ਏਰੀਆ, ਉਹ ਜਗ੍ਹਾ ਵਾ ਜਿੱਥੇ ਦਾ ਤੁਸੀਂ ਇਸ ਵਕਤ ਨਜ਼ਾਰਾ ਦੇਖ ਰਹੇ ਹੋ, ਜਿੱਥੇ ਪਲਾਟ ਵਗੈਰਾ ਦਿੱਤੇ ਗਏ ਸਨ। ਫਿਲਹਾਲ 150 ਗਜ ਦੇ 25 ਪਲਾਟ ਦਿੱਤੇ ਗਏ ਸੀਗੇ, ਲੇਕਿਨ 33 ਹੋਰ ਪਲਾਟਾਂ ਵਾਸਤੇ ਕਿਹਾ ਗਿਆ ਸੀ। ਇਹਨਾਂ ਵੱਲੋਂ ਕਿਹਾ ਗਿਆ ਹੈ ਇੰਪਰੂਵਮੈਂਟ ਟਰਸਟ ਨੂੰ ਕਿ 58 ਪਲਾਟ ਟੋਟਲ ਦੇਣੇ ਸਨ, 150 ਗਜ ਦੇ ਸਿਰਫ 25 ਪਲਾਟ ਹਲੇ ਦਿੱਤੇ ਨੇ, ਸਾਨੂੰ 33 ਪਲਾਟ ਹੋਰ ਦਿਓ। ਤਾਂ ਉਸ ਗੱਲ 'ਤੇ ਆ ਕੇ ਮੁੱਦਾ 35-40 ਸਾਲਾਂ ਬਾਅਦ ਜ਼ਿਆਦਾ ਭਖਣ ਦਾ ਇੱਕ ਵੈਲਿਡ ਰੀਜ਼ਨ ਵੀ ਹੈ, ਕਿਉਂਕਿ ਜਦੋਂ ਇੰਪਰੂਵਮੈਂਟ ਟਰਸਟ ਦੇ ਕੋਲ ਹਲੇ ਤੱਕ ਕੋਈ ਜ਼ਮੀਨ ਹੀ ਨਹੀਂ ਆਈ ਤਾਂ ਉਸ ਜ਼ਮੀਨ ਦੇ ਬਦਲੇ ਵਿੱਚ ਜਿਹੜੇ ਆਲਰੇਡੀ 25 ਪਲਾਟ ਗਏ ਹੋਏ ਨੇ ਉਹ ਵੀ ਨਜਾਇਜ਼ ਗਏ ਹੋਏ ਨੇ, ਅਤੇ 33 ਹੋਰ ਪਲਾਟਾਂ ਦੀ ਮੰਗ ਹੋ ਰਹੀ ਹੈ ਤਾਂ ਕਿ 58 ਪਲਾਟ ਪੂਰੇ ਦਿੱਤੇ ਜਾਣ 150 ਗਜ ਵਾਲੇ। ਲੇਕਿਨ ਇਸ ਵਕਤ ਤੁਸੀਂ ਜੋ ਸੀਨ ਦੇਖ ਸਕਦੇ ਹੋ ਕਿ 150 ਗਜ ਵਾਲੇ ਪਲਾਟ ਲੱਗ ਹੀ ਨਹੀਂ ਰਹੇ। 150 ਗਜ ਦੇ ਇੱਕ ਪਲਾਟ ਨੂੰ 25-25, 50-50 ਗਜ ਦੇ ਪਲਾਟਾਂ ਵਿੱਚ 4-4, 6-6 ਟੋਟਿਆਂ ਦੇ ਵਿੱਚ ਕਰਕੇ ਰੱਖਿਆ ਗਿਆ। ਜਿਹੜੇ ਪਹਿਲੇ ਅਲੋਟੀ ਸਨ, ਜਿਹਨੂੰ ਫਸਟ ਅਲੋਟੀ ਕਿਹਾ ਜਾਂਦਾ ਹੈ, 150 ਸਕੁਏਅਰ ਯਾਰਡ ਵਾਲੇ, 150 ਗਜ ਵਾਲੇ, ਉਹ ਹੁਣ ਤੱਕ ਇਹਨੂੰ ਅੱਗੇ ਰੀਸੇਲ ਕਰ ਚੁੱਕੇ ਹੈ। ਇੱਕ ਵਾਰ ਵੀ ਨਹੀਂ, ਕਈ ਵਾਰ ਇਹ ਪਲਾਟ ਰੀਸੇਲ ਹੋ ਚੁੱਕੇ ਹੈ, ਅਤੇ ਰੀਸੇਲ ਹੁੰਦਿਆਂ ਟੁੱਟਦੇ ਡਿਵਾਈਡ ਹੁੰਦਿਆਂ 150 ਗਜ ਦੇ ਇੱਕ ਪਲਾਟ ਤੋਂ 25-50 ਗਜ, 75 ਗਜ ਟਾਈਪ ਦੇ ਇਹ ਪਲਾਟ ਬਣ ਕੇ ਰਹਿ ਗਏ ਹੈ। ਅਤੇ 25 ਪਲਾਟ ਨੇ ਜਿਹੜੇ 150 ਗਜ ਦੇ ਫਿਲਹਾਲ ਇੱਥੇ ਦਿੱਤੇ ਹੋਏ ਨੇ, ਅਤੇ 33 ਪਲਾਟਾਂ ਦੀ ਹੋਰ ਡਿਮਾਂਡ ਹੋ ਰਹੀ ਹੈ। ਲੇਕਿਨ ਕਿਤੇ ਨਾ ਕਿਤੇ ਇਹ ਪਬਲਿਕ ਦਾ ਪੈਸਾ ਹੈ, ਪਬਲਿਕ ਦੀ ਜਿਹੜੀ ਟੈਕਸਾਂ ਦਾ ਰੂਪ 'ਚ ਪੈਸਾ ਜਾਂਦਾ ਸਰਕਾਰ ਨੂੰ, ਕਿਉਂਕਿ ਜਿਹੜਾ ਲੁਧਿਆਣਾ ਇੰਪਰੂਵਮੈਂਟ ਟਰਸਟ ਹੈ ਸਰਕਾਰ ਦੇ ਅੰਡਰ ਆਉਂਦਾ ਹੈ। ਚਾਹੇ ਇੰਪਰੂਵਮੈਂਟ ਟਰਸਟ ਹੋਵੇ ਜਾਂ ਗਲਾਡਾ ਹੋਵੇ, ਕੋਈ ਵੀ ਅਜਿਹੀ ਸੰਸਥਾ ਹੈ ਸਰਕਾਰ ਦੇ ਨਾਲ ਰਿਲੇਟ ਹੁੰਦੀ ਹੈ। ਜਿਹੜੀ ਜ਼ਮੀਨ ਹੁੰਦੀ ਹੈ, ਜਗ੍ਹਾ ਹੁੰਦੀ ਹੈ, ਟੈਕਸਾਂ ਦੇ ਪੈਸੇ ਹੁੰਦੇ ਆ, ਸਰਕਾਰ ਦੇ ਹੁੰਦੇ ਆ। ਤਾਂ ਤੁਹਾਨੂੰ ਫਿਰ ਦੁਬਾਰਾ ਇੱਕ ਵਾਰ ਤੁਹਾਨੂੰ ਸਾਰਾ ਉਹ ਸੀਨ ਦਿਖਾ ਰਹੇ ਹਾਂ। ਅਤੇ ਇਹ ਜੋ ਜਗ੍ਹਾ ਹੈਗੀ ਹੈ, ਕਈ ਏਕੜ ਦੀ ਜਗ੍ਹਾ ਸੀ ਇਹ, ਜੇ ਕਿਹਾ ਜਾਵੇ ਤਾਂ 13,000 ਗਜ ਦੇ ਆਸ-ਪਾਸ, 13,000 ਸਕੁਏਅਰ ਯਾਰਡ ਦੇ ਆਸ-ਪਾਸ ਦੀ ਇਹ ਜਗ੍ਹਾ ਸੀ, ਜਿਹਦੇ ਵਿੱਚ ਪਲਾਟ ਵੀ ਨੇ, ਗਲੀਆਂ ਵੀ ਨਿਕਲਦੀਆਂ ਨੇ, ਗਲੀਆਂ ਵੀ ਥੋੜ੍ਹੀ ਭੀੜੀਆਂ ਨੇ। ਸੋ ਤੁਹਾਨੂੰ ਫਿਰ ਦੁਬਾਰਾ ਦੱਸ ਦਿੰਦੇ ਹਾਂ ਕਿ ਇਹ ਉਹ ਜਗ੍ਹਾ ਹੈ ਜਿਹਨੂੰ ਤੱਕਾ ਕਲੋਨੀ ਕਿਹਾ ਜਾਂਦਾ ਹੈ, ਅਤੇ ਇੱਥੇ ਤੁਸੀਂ ਪਲਾਟ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਛੋਟੇ ਪਲਾਟ ਕੱਟ ਕੇ ਵੇਚੇ ਗਏ ਹੈ, ਰੀਸੇਲ ਹੋਏ ਆ, ਕਈ ਵਾਰ ਰੀਸੇਲ ਹੋਏ ਆ। ਸੋ ਸੰਨ 70 ਤੋਂ ਬਾਅਦ 70, 75, 80 ਦੇ ਗੇੜ ਤੋਂ ਇਹ ਜਗ੍ਹਾ ਉੱਦਾਂ ਹੀ ਪਈ ਰਹੀ ਹੈ। ਲੇਕਿਨ ਫਿਰ ਦੁਬਾਰਾ ਦੱਸ ਦਿੰਦੇ ਹਾਂ ਕਿ ਇਹਦੇ ਵਿੱਚ ਜ਼ਿਆਦਾ ਵੱਡਾ ਰੋਲ ਰਿਹਾ ਜ਼ਿਲ੍ਹੇ ਇੰਪਰੂਵਮੈਂਟ ਟਰਸਟ ਦੇ ਉਸ ਵਕਤ ਦੇ ਅਧਿਕਾਰੀ ਅਫਸਰ ਸਨ, ਜਿਨ੍ਹਾਂ ਨੇ ਮਿਲੀ ਭਗਤ ਦੇ ਨਾਲ ਜਿਹੜੀ ਸ਼ਹੀਦ ਭਗਤ ਸਿੰਘ ਬਿਲਡਿੰਗ ਵੈਲਫੇਅਰ ਹਾਊਸਿੰਗ ਸੁਸਾਇਟੀ ਹੈ ਉਹਦੇ ਨਾਲ ਮਿਲ ਕੇ ਘਪਲਾ ਕਰਕੇ ਜਗ੍ਹਾ ਕਾਗਜ਼ਾਂ 'ਚ ਦਿੱਤੀ, ਅਸਲੀ ਜਗ੍ਹਾ ਨਹੀਂ ਦਿੱਤੀ। ਜਿਹੜੀਆਂ ਕਾਪੀਆਂ ਸੀ, ਕਿਤਾਬਾਂ ਸਨ, ਉਹਨਾਂ ਦੀ ਖਾਨਾ ਪੂਰਤੀ ਕੀਤੀ ਗਈ ਅਤੇ ਇੰਪਰੂਵਮੈਂਟ ਟਰਸਟ ਨੂੰ ਚੂਨਾ ਲਗਾਇਆ ਗਿਆ। ਹੁਣ ਤੁਸੀਂ ਹੈਰਾਨ ਹੋ ਜਾਓਗੇ, ਚੂਨਾ ਕਿੰਨੇ ਦਾ? ਚੂਨਾ ਲੱਗਿਆ
ਤਕਰੀਬਨ 100 ਕਰੋੜ ਰੁਪਏ ਦਾ। ਜੀ ਹਾਂ, ਇਹ ਬਹੁ ਕਰੋੜੀ ਘਪਲਾ ਹੋਇਆ। 100 ਕਰੋੜ ਤੋਂ ਜ਼ਿਆਦਾ ਦੀ ਇਹਦੀ ਕੀਮਤ ਆਪਾਂ ਆਖ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਲਾਟਾਂ ਨੂੰ ਨਿੱਕੇ ਨਿੱਕੇ ਕਰਕੇ ਟੁਕੜਿਆਂ 'ਚ ਕਰਕੇ ਇੱਥੇ ਰੱਖਿਆ ਗਿਆ ਸੀਗਾ। ਜਦੋਂ ਇਹਨੂੰ ਵੇਚਿਆ ਗਿਆ, ਜਦੋਂ ਅਲਾਟ ਕੀਤੇ ਗਏ ਸਨ ਤਾਂ 150 ਗੱਜ ਦੇ ਪਲਾਟ ਸਨ। 150 ਸਕੁਅਰ ਯਾਰਡ 150 ਗੱਜ ਦਾ ਇੱਕ ਪਲਾਟ ਸੀਗਾ। 25 ਪਲਾਟਾਂ ਦੇ ਕਬਜ਼ੇ ਦਿੱਤੇ ਗਏ ਸਨ, ਹਜੇ 33 ਪਲਾਟਾਂ ਦੇ ਕਬਜ਼ੇ ਬਾਕੀ ਨੇ। ਲੇਕਿਨ ਜੇ ਲੋਕਾਂ ਦੀ ਡਿਮਾਂਡ ਦੇਖੀ ਜਾਵੇ ਤਾਂ 33 ਪਲਾਟ ਮੰਗਦੇ ਆ, ਪਰ ਜੇ ਇੰਪਰੂਵਮੈਂਟ ਟਰਸਟ ਵੱਲ ਦੇਖਿਆ ਜਾਵੇ ਤਾਂ ਜਿਹੜੇ 25 ਪਲਾਟ ਨੇ ਉਹ ਵੀ ਨਜਾਇਜ਼ ਗਏ ਆ, ਕਿਉਂਕਿ ਇਹਨਾਂ ਪਲਾਟਾਂ ਦੇ ਬਦਲੇ ਇੰਪਰੂਵਮੈਂਟ ਟਰਸਟ ਨੂੰ ਜਿਹੜੀ ਜ਼ਮੀਨ ਦੇਣੀ ਸੀ ਉਹ ਸਿਰਫ ਹਵਾ 'ਚ ਹੀ ਰਹਿ ਗਈ, ਕਾਗਜ਼ਾਂ 'ਚ ਹੀ ਰਹਿ ਗਈ। ਉਹ ਹਾਲੇ ਤੱਕ ਇੰਪਰੂਵਮੈਂਟ ਟਰਸਟ ਨੂੰ ਨਹੀਂ ਮਿਲੀ ਹੈ। ਸੋ ਫਿਲਹਾਲ ਇਹ ਜੋ ਮਾਮਲਾ ਹੈ ਵਿਚਾਰ ਅਧੀਨ ਹੈ। ਪੁਲਿਸ ਦੇ ਕੋਲ ਇਨਵੈਸਟੀਗੇਸ਼ਨ ਲੱਗੀ ਹੋਈ ਹੈ। ਪੁਲਿਸ ਦੇ ਉੱਚ ਅਧਿਕਾਰੀ, ਜੇ ਆਪਾਂ ਗੱਲ ਕਰੀਏ ਜੁਆਇੰਟ ਕਮਿਸ਼ਨਰ ਆਫ ਪੁਲਿਸ ਸਿਟੀ JCP ਦੀਪਕ ਪਾਰਿਕ ਇਨਵੈਸਟੀਗੇਸ਼ਨ ਕਰ ਰਿਹਾ, ਉਹਨਾਂ ਦਾ ਸਾਥ ਦੇ ਰਿਹਾ ADCP 3 ਸਮੀਰ ਵਰਮਾ। ਸੋ ਇਹਦੇ ਬਾਰੇ ਗੱਲਬਾਤ ਵੀ ਹੋਈ ਹੈ ਤੇ ਇੰਪਰੂਵਮੈਂਟ ਟਰਸਟ ਦੇ ਜੋ ਚੇਅਰਮੈਨ ਨੇ ਰਮਨ ਸੁਬਰਾਮਨੀਅਮ ਮੌਕੇ ਤੇ, ਉਹਨਾਂ ਨਾਲ ਵੀ ਗੱਲਬਾਤ ਹੋਊਗੀ। ਇਹਦੇ ਬਾਰੇ ਸਾਰਾ ਜਾਣਾਂਗੇ ਕਿ ਕੀ ਮਾਮਲਾ ਹੈ ਇਹ। ਸੋ ਹੁਣ ਅੱਗੇ ਗੱਲਬਾਤ ਕਰਦੇ ਹਾਂ। ਜੋ ਹੁਣ ਤੱਕ ਤੁਸੀਂ ਦੇਖਿਆ ਕਿ ਸ਼ਹੀਦ ਭਗਤ ਸਿੰਘ ਕੋਆਪਰੇਟਿਵ ਬਿਲਡਿੰਗ ਹਾਊਸਿੰਗ ਸੁਸਾਇਟੀ ਹੈ ਜੋ, ਤੇ ਤਕਰੀਬਨ 4 ਦਸ਼ਕਾਂ ਪੁਰਾਣਾ ਇਹ ਘਪਲਾ ਹੈ ਜੋ ਹੁਣ ਜਾ ਕੇ ਕੁਛ ਆ ਸਾਲਾਂ 'ਚ ਜ਼ਿਆਦਾ ਉਜਾਗਰ ਹੋਇਆ। ਸੋ ਇਹਦੇ ਬਾਰੇ ਹੁਣ ਆਪਾਂ ਜ਼ਿਆਦਾ ਜਾਣਕਾਰੀ ਹਾਸਲ ਕਰਾਂਗੇ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਚੇਅਰਪਰਸਨ ਸ਼੍ਰੀ ਬਾਲਾ ਸੁਬਰਾਮਨੀਅਮ। ਸੋ ਰਮਨ ਬਾਲਾ ਸੁਬਰਾਮਨੀਅਮ ਜੀ, ਥੋੜ੍ਹਾ ਜਿਹਾ ਸਾਨੂੰ ਵਿਸਤਾਰਪੂਰਵਕ ਜਾਣਕਾਰੀ ਦਿਓ ਕਿ ਜੋ ਇਹ ਮਸਲਾ ਹੈ ਜਿਹਦੇ ਵਿੱਚ ਪਹਿਲਾਂ 19 ਪਲਾਟ ਦਿੱਤੇ ਗਏ, ਉਸ ਤੋਂ ਬਾਅਦ 19 ਤੋਂ ਰੀ-ਰੇਟਿੰਗ ਕਰਦੇ ਹੋਏ 35, ਫਿਰ 38, ਫਿਰ 58 ਤੱਕ ਦੀ ਗੱਲ ਪਹੁੰਚ ਗਈ। ਲੇਕਿਨ ਉਸ ਤੋਂ ਬਾਅਦ ਵੀ ਜੇ ਆਪਾਂ ਕਹੀਏ ਤਾਂ ਚੋਰੀ ਔਰ ਸੀਨਾ ਚੋਰੀ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਇਹਦੇ ਵਿੱਚ ਵੀ। ਤੇ 58 ਪਲਾਟਾਂ 'ਚੋਂ 25 ਪਲਾਟ ਆਲਰੇਡੀ ਉਹਨਾਂ ਦੇ ਕੋਲ ਪੋਜੈਸ਼ਨ ਹੈਗਾ ਸੁਸਾਇਟੀ ਦੇ ਬੰਦਿਆਂ ਕੋਲ, ਤੇ ਹੁਣ ਬਾਕੀ ਦੇ 33 ਪਲਾਟਾਂ ਵਾਸਤੇ ਵੀ ਆ ਕੇ ਧੜ ਤੇ ਜ਼ੋਰ ਪਾ ਰਹੇ ਸਨ। ਉਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਜ਼ਿਆਦਾ ਤੇਜ਼ ਹੋਈ ਹੈ। ਸੋ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਖੁੱਲ੍ਹ ਕੇ ਦੱਸੋ ਕਿ ਐਕਚੁਅਲ 'ਚ ਮਾਮਲਾ ਕੀ ਹੈ ਤੇ ਇਹਦੀਆਂ ਹੁਣ ਪੇਚੀਦਗੀਆਂ ਕਿਉਂ ਵੱਧਦੀਆਂ ਜਾ ਰਹੀਆਂ ਨੇ। ਇਸ ਤਰ੍ਹਾਂ ਮੈਂ ਕਿ ਇਹ ਬੜਾ ਗੁੰਝਲਦਾਰ ਮਾਮਲਾ ਸੀ। ਇਹ ਮੇਰੇ ਤੋਂ ਪਹਿਲਾਂ ਦੇ ਜਿਹੜਾ ਹੈਗਾ ਵੈ ਪ੍ਰੋਸੈਸ ਦੇ ਵਿੱਚ ਆਲਮੋਸਟ 40 ਸਾਲ ਪੁਰਾਣਾ ਇਹ ਪ੍ਰੋਸੈਸ ਚੱਲਦਾ ਪਿਆ ਹੈਗਾ ਵੈ, ਜਿਹਦੇ ਵਿੱਚ ਕੋਆਪਰੇਟਿਵ ਸੁਸਾਇਟੀਜ਼ ਨੇ ਮਿਲ ਕੇ ਆਪਸ ਦੇ ਵਿੱਚ ਤੇ ਸਾਡੇ ਤੋਂ ਕੋਈ ਪਲਾਟਸ ਮੰਗੇ, ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਤੁਹਾਨੂੰ ਜ਼ਮੀਨ ਦਿੱਤੀ ਹੈ, ਸਾਡੇ ਜਿਹੜੇ ਉਸ ਹਿਸਾਬ ਨਾਲ ਸਾਨੂੰ ਪਲਾਟ ਦੇਣੇ ਬਣਦੇ ਹੈਗੇ। ਪਰ ਇਸ ਕੇਸ ਦੇ ਵਿੱਚ ਔਰ 5 ਹੋਰ ਸੁਸਾਇਟੀਆਂ ਦੇ ਕੇਸ ਦੇ ਵਿੱਚ ਜਦੋਂ ਇਹ ਗੱਲ ਉਜਾਗਰ ਆਈ ਕਿ ਵੀ ਐਕਚੁਅਲੀ ਤਾਂ ਜਗ੍ਹਾ ਉਹਨਾਂ ਨੇ ਦਿੱਤੀ ਨਹੀਂ, ਉਹਨਾਂ ਲੈਂਡਸ ਨੂੰ ਜਿਵੇਂ ਹੈਗਾ ਵੈ ਵੀ ਨਕਸ਼ੇ ਚੇਂਜ ਕਰਕੇ, ਵਾਰੀ ਨਕਸ਼ੇ ਚੇਂਜ ਕਰਕੇ ਉਹਨਾਂ ਨੂੰ ਸਪੈਸ਼ਲ ਪਰਪਸ ਲਈ ਰਜਿਸਟਰ ਕਰਾ ਲਿਆ। ਔਰ ਉਸ ਤੋਂ ਬਾਅਦ ਇਹ ਕਰ ਲਿਆ ਕਿਉਂਕਿ ਲੇਆਊਟ 'ਚ ਸਪੈਸ਼ਲ ਪਰਪਸ ਹੈਗਾ ਵੈ ਅਤੇ ਤੁਸੀਂ ਸਾਨੂੰ ਜਿਹੜੀ ਹੈਗੀ ਹੈ ਪਲਾਟ ਦਿਓ। ਐਕਚੁਅਲ ਗੱਲ ਇਹ ਸੀਗੀ ਵੀ ਉਹ ਜਿਹੜੀ ਸਪੈਸ਼ਲ ਪਰਪਸ ਵਾਲੀ ਜਗ੍ਹਾ ਸੀਗੀ ਉਹ ਆਲਰੇਡੀ ਐਨਕਰੋਚਡ ਲੈਂਡ ਸੀਗੀ, ਉਹਦੇ 'ਚ ਆਲਰੇਡੀ ਐਨਕਰੋਚਮੈਂਟਸ ਹੁੰਦੀਆਂ ਸੀਗੀਆਂ ਜਿੱਥੇ, ਔਰ ਉਹਨਾਂ ਨੇ ਕਦੀ ਵੀ ਸਾਨੂੰ ਫਿਜ਼ੀਕਲ ਪੋਜੈਸ਼ਨ ਉਹਨਾਂ ਲੈਂਡਸ ਦਾ ਨਹੀਂ ਦਿੱਤਾ। ਔਰ ਅਨਫੋਰਚੂਨੇਟ ਗੱਲ ਹੈਗੀ ਹੈ ਕਿ ਮੇਰੇ ਤੋਂ ਜਿਹੜੇ ਪਹਿਲਾਂ ਮੇਰੇ ਪ੍ਰੈਡੀਸੈਸਰ ਸੀਗੇ ਕੋਈ ਉਸ ਟਾਈਮ ਦੇ, ਉਹਨਾਂ ਨੇ ਇਹਨਾਂ ਲੋਕਾਂ ਦੇ ਨਾਲ ਕਲੂਜਨ ਹੋਈ, ਉਹਨਾਂ ਦੀ ਇੱਕ ਤੋਂ ਜੇ ਕ੍ਰਿਮੀਨਲ ਕਲੂਜਨ ਹੋਈ, ਜਿਹਦੇ ਵਿੱਚ ਉਹਨਾਂ ਨੇ ਮੰਨ ਲਿਆ ਕਿ ਵੀ ਇਹਨਾਂ ਨੇ ਸਾਨੂੰ ਜ਼ਮੀਨ ਦਿੱਤੀ ਹੈ ਤੇ 58 ਪਲਾਟ ਸਾਡੇ ਇਹਨਾਂ ਨੂੰ ਦੇਣੇ ਬਣਦੇ ਹੈਗੇ, ਵਿਚ ਵਾਜ਼ ਨਾਟ ਦਾ ਫੈਕਟ। ਇਹ ਔਰ ਇਹਨਾਂ ਨੇ ਫਿਰ ਉਸੇ ਸਿਸਟਮ ਦੇ ਵਿੱਚ ਜਿਹਦੇ ਵਿੱਚ ਸਾਡਾ EO ਇਨਵੋਲਵਡ ਸੀ ਜਾਂ ਸਾਡੇ ਹੋਰ ਲਾਅ ਅਫਸਰ ਇਨਵੋਲਵਡ ਸੀਗੇ, ਉਹਨਾਂ ਨਾਲ ਇਸ ਤਰ੍ਹਾਂ ਦੀ ਕਲੂਜਨ ਹੋਈ ਕਿ ਵੀ ਇਹਨਾਂ ਨੇ ਡਿਸਟ੍ਰਿਕਟ ਫੋਰਮ, ਫਿਰ ਸਟੇਟ ਫੋਰਮ, ਫਿਰ ਨੈਸ਼ਨਲ ਕਮਿਸ਼ਨ ਤੱਕ ਵੀ ਆਪਣਾ ਪੱਖ ਪੂਰ ਕੇ ਇਹਨਾਂ ਦੇ ਹੱਕ 'ਚ ਫੈਸਲਾ ਹੁੰਦਾ ਰਿਹਾ। ਪਰ ਨੈਸ਼ਨਲ ਕਮਿਸ਼ਨ ਨੂੰ ਇਹ ਗੱਲ ਸਮਝ ਆ ਗਈ ਕਿ ਇਹ ਜਿਹੜੀ ਚੀਜ਼ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਗੰਭੀਰ ਇਸ਼ੂ ਹੈ। ਉਹਨਾਂ ਨੇ ਇਹਨੂੰ ਰਿਮਾਂਡ ਬੈਕ ਕਰਤਾ ਟੂ ਦ ਹਾਈ ਕੋਰਟ। ਔਰ ਇਹ ਜਦੋਂ ਹਾਈ ਕੋਰਟ ਦੇ ਵਿੱਚ ਆਇਆ, ਇਨ ਦਾ ਮੀਨ ਟਾਈਮ ਇਹਨਾਂ ਨੇ 33 ਜਿਹੜੇ ਹੋਰ ਪਲਾਟ 25 ਪਲਾਟ ਲੈ ਚੁੱਕੇ ਸੀਗੇ, ਜਿਹਦੇ ਵਿੱਚ 15 ਪਲਾਟ ਜਿਹੜੇ ਉਹ ਸਾਡੇ ਟਰਸਟ ਲੈਂਡ 'ਚ, ਔਰ 10 ਪਲਾਟ ਇਹੋ ਜਿਹੇ ਆ ਜਿਹੜੇ ਕਿ ਇਹਨਾਂ ਨੇ ਦੂਜੀਆਂ ਸਕੀਮਾਂ ਦੇ ਵਿੱਚ ਦੂਜੀ ਕੋਆਪਰੇਟਿਵ ਸੁਸਾਇਟੀ ਦੀ ਸਕੀਮਾਂ ਦੇ ਵਿੱਚ ਲੈ ਲਏ। ਇੰਪੋਰਟੈਂਟ ਗੱਲ ਇਹ ਹੈ ਕਿ ਵੀ ਸਾਡੇ ਟਾਈਮ ਕੀ ਹੋਇਆ। ਸਾਡੇ ਟਾਈਮ ਇਹ ਹੋਇਆ ਕਿ ਵੀ ਸਾਡੇ ਕੋਲੇ ਸਾਨੂੰ ਜਦੋਂ ਇਹ ਪਤਾ ਲੱਗਿਆ ਕਿ ਵੀ ਇਹ 33 ਪਲਾਟ ਦੇ ਆ, ਔਰ ਅਸੀਂ ਜੇ ਬੈਸਟ ਵਕੀਲ ਹਾਇਰ ਕੀਤੇ, ਬੜੀ ਜਿਹੜੀ ਹੈਰਾਨੀ ਦੀ ਗੱਲ ਹੈ ਕਿ ਵੀ ਇੱਥੋਂ ਦੇ ਸਾਡੇ ਕੋਲੇ ਜਿਹੜਾ ਸਾਡਾ ਡਾਟਾ ਸੀਗਾ, ਜਿਹੜੇ ਸਾਡੇ ਪੇਪਰ ਸੀਗੇ, ਉਹ ਪੇਪਰਸ ਵੀ ਸਿਲੈਕਟਿਵਲੀ ਮਿਸਿੰਗ ਸੀਗੇ ਤਾਂ ਕਿ ਇਹਨਾਂ ਨੂੰ ਲਗਾਤਾਰ ਹੈਲਪ ਮਿਲਦੀ ਰਹੇ। ਔਰ ਫਿਰ ਮੈਂ ਆਪਣੀ ਟੀਮ ਨੂੰ, ਆਪਣੇ ਸਾਰੇ ਦਫ਼ਤਰ ਨੂੰ
ਲਾਮਬੰਦ ਕੀਤਾ ਔਰ ਅਸੀਂ ਸਾਰੀ ਕੜੀ ਦਰ ਕੜੀ ਜੋੜੀ ਔਰ ਅਸੀਂ ਜੱਜ ਸਾਹਿਬ ਦੇ ਸਾਹਮਣੇ ਇਹ ਪੇਸ਼ ਕਰ ਸਕੇ ਕਿ ਵੀ ਇਹ ਚੀਜ਼ ਇੱਕ ਜਿਹੜਾ ਵਾ ਬੜਾ ਸਿਸਟੇਮੈਟਿਕ ਫਰਾਡ ਹੈਗਾ ਵਾ ਔਰ ਇਹ ਸਿਸਟੇਮੈਟਿਕ ਜਿਹੜਾ ਫਰਾਡ ਹੈਗਾ ਵਾ ਇਸ ਨੇ ਸਾਨੂੰ ਲਗਭਗ ਜਿਹੜੇ ਹੈਗੇ ਵਾ ਅੱਜ ਦੀ ਡੇਟ ਦੇ ਵਿੱਚ 100 ਕਰੋੜ ਦੇ ਨੇੜੇ ਤੇੜੇ ਦੀਆਂ ਉਹ ਪ੍ਰਾਪਰਟੀ ਸੀਗੀਆਂ ਜੇ ਅਸੀਂ ਉਹਨਾਂ ਨੂੰ ਅੱਜ ਉਹ ਲੈ ਕੇ ਸਾਡੇ ਚਲੇ ਜਾਂਦੇ ਔਰ ਇਹ ਲਾਸ ਡਾਇਰੈਕਟਲੀ ਔਰ ਇਨਡਾਇਰੈਕਟਲੀ ਜਿਹੜਾ ਵਾ ਲੁਧਿਆਣਾ ਸ਼ਹਿਰ ਦਾ ਹੋਣਾ ਸੀ ਜਾਂ ਲੁਧਿਆਣੇ ਦੇ ਲੋਕਾਂ ਦਾ ਹੋਣਾ ਸੀ। ਅਨਫੋਰਚੂਨੇਟ ਇੱਕ ਹੋਰ ਗੱਲ ਹੈਗੀ ਹੈ ਕਿ ਜਿਹੜੇ ਉਹ 25 ਪਲਾਟ ਵੀ ਦਿੱਤੇ ਹੋਏ ਆ ਉਹ 25 ਪਲਾਟ ਵੀ ਬੜੇ ਇਨੋਸੈਂਟ ਬਾਇਰਸ ਕੋਲੇ ਚਲਾ ਗਿਆ ਹੋਇਆ ਔਰ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਇਹ ਜਿਹੜੇ ਫਰਾਡ ਸਾਡੇ ਜਿਹੜਾ ਨੇ ਅਲਟੀਮੇਟਲੀ ਜਿਹੜੇ ਫਸਟ ਟਾਈਮ ਇਹਨਾਂ ਦਾ ਅਲੋਟੀ ਜਿਹੜਾ ਸੀਗਾ ਉਹ ਫਸਟ ਟਾਈਮ ਅਲੋਟੀ ਜੈਨੂਨ ਹੈ ਕਿ ਨਹੀਂ ਹੈਗਾ। ਉਹਨਾਂ ਨੇ ਰਜਿਸਟਰੀਆਂ ਵੇਖ ਕੇ ਇੰਤਕਾਲ ਦੇਖ ਕੇ ਉਹਨਾਂ ਨੇ ਆਪਣੀ ਜਮ੍ਹਾਂ ਪੂੰਜੀ ਸਾਲ ਲਾ ਲਈ ਆ ਬਟ ਉਹ ਇੱਕ ਇਸ਼ੂ ਹੈ ਉਹਨਾਂ ਨੂੰ ਵੀ ਹੁਣ 25 ਨੂੰ ਜਿਹੜਾ ਹੈਗਾ ਵਾ PP ਐਕਟ ਦੇ ਅੰਡਰ ਜਿਹੜੀ ਐਵਿਕਸ਼ਨ ਦੇ ਨੋਟਿਸ ਗਏ ਹੋਏ ਆ। ਮੋਟੇ ਤੌਰ ਤੇ ਗੱਲ ਕਹਿਣ ਦੀ ਅੱਜ ਇਸ ਕੇਸ ਦੀ ਅਹਿਮੀਅਤ ਇਹ ਹੈ ਕਿ ਕੋਰਟ ਨੇ ਇਹ ਮੰਨਿਆ ਕਿ ਈਵਨ ਇਫ ਜੇ ਫਰਾਡ ਹੈਗਾ ਵਾ ਔਰ ਹਾਈਐਸਟ ਕੋਰਟ ਵੀ ਉਹਦੇ ਹੱਕ ਦੇ ਵਿੱਚ ਕਿਸੇ ਬੰਦਾ ਫਰਾਡ ਦੇ ਨਾਲ ਕੋਈ ਆਪਣੇ ਹੱਕ ਦੇ ਵਿੱਚ ਆਰਡਰ ਲੈ ਕੇ ਆ ਜਾਂਦਾ ਔਰ ਕਿਸੇ ਵੀ ਸਟੇਜ ਤੇ ਇਹ ਪ੍ਰੂਫ ਹੋ ਜਾਂਦਾ ਵਾ ਵੀ ਇਹ ਫਰਾਡੂਲੈਂਟ ਹੈਗਾ ਵਾ ਤੇ ਇਵਨ ਹਾਈਐਸਟ ਕੋਰਟ ਦਾ ਆਰਡਰ ਵੀ ਜਿਹੜਾ ਜਿਵੇਂ ਡਿਸਟ੍ਰਿਕਟ ਕੋਰਟ ਹੈਗੀ ਹੈ ਦੇ ਕੈਨ ਸੈਟ ਅਸਾਈਡ ਦੈਟ ਆਰਡਰ ਇਫ ਦੇ ਆਰ ਕਨਵਿੰਸਡ ਕਿ ਵੀ ਇਹਦੇ ਵਿੱਚ ਇਹ ਇੱਕ ਜਿਹਨੂੰ ਕਹੀਏ ਕਿ ਇਹ ਲੈਂਡਮਾਰਕ ਜਜਮੈਂਟ ਹੈਗਾ ਵਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਵਾਲੀ ਜਜਮੈਂਟ ਜਿਹੜੀ ਹੈ ਕਿ ਹੋਰ ਕੇਸਿਸ ਤੇ ਵੀ ਇਫੈਕਟ ਕਰੇਗੀ ਕਿਉਂਕਿ ਕੋਰਟਸ ਇਹ ਕਹਿੰਦੀਆਂ ਹੈਗੀਆਂ ਵਾ ਵੀ ਜੇ ਤੁਸੀਂ ਆਪਣਾ ਤੁਹਾਡਾ ਕੋਈ ਰਾਈਟ ਹੈਗਾ ਵਾ ਔਰ ਤੁਹਾਨੂੰ ਉਹ ਲੈਣਾ ਪੈਣਾ ਵਾ ਤੇ ਉਹਦੇ ਲਈ ਤੁਸੀਂ ਵਿਦ ਕਲੀਨ ਹੈਂਡਸ ਆਓ। ਸੋ ਇਹ ਅੱਜ ਮੇਰੇ ਹਿਸਾਬ ਨਾਲ ਮੇਰੇ ਨਾਲ ਮੇਰੀ ਸਾਰੀ ਜਿਹੜੀ ਇੰਪਰੂਵਮੈਂਟ ਟਰਸਟ ਦੀ ਟੀਮ ਔਰ ਸਾਡੇ ਸੈਕਟਰੀ ਸਾਹਿਬ ਔਰ ਸਾਡੇ ਮੰਤਰੀ ਸਾਹਿਬ ਔਰ ਜਿਨ੍ਹਾਂ ਨੇ ਪੂਰੀ ਤਰ੍ਹਾਂ ਸਾਨੂੰ ਸਪੋਰਟ ਕੀਤਾ ਹੈਗਾ ਵਾ ਇਹ ਅਸੀਂ ਆਈ ਥਿੰਕ ਇੱਕ ਬੜਾ ਅਸੀਂ ਮੇਜਰ ਜਿਹੜਾ ਰਿਫਾਰਮ ਜਿਹੜਾ ਲੁਧਿਆਣੇ ਦੇ ਵਿੱਚ ਇੰਪਰੂਵਮੈਂਟ ਟਰਸਟ ਲੈ ਕੇ ਆਉਂਦੇ ਸੀ ਵੀ ਲੈਂਡ ਮਾਫੀਆ ਜਾਂ ਪ੍ਰੋਪਰਟੀ ਡੀਲਰ ਮਾਫੀਆ ਜਿਹੜਾ ਸੀਗਾ ਉਸ ਨੂੰ ਅਸੀਂ ਬੜੀ ਬੁਰੀ ਤਰ੍ਹਾਂ ਇੱਕ ਸੱਟ ਮਾਰਨ 'ਚ ਕਾਮਯਾਬ ਹੋਏ। ਸੋ ਗੱਲ ਉਹੀ ਹੈ ਕਿ ਜੇ ਕੁੱਤੀ ਚੋਰ ਨਾਲ ਰਲ ਜਾਵੇ ਤਾਂ ਪਿੰਡ ਨੂੰ ਕੌਣ ਬਚਾਵੇ। ਸੋ ਜੇ ਇੰਪਰੂਵਮੈਂਟ ਟਰਸਟ ਦੇ ਕੁਝ ਉਸ ਸਮੇਂ ਦੇ ਸਰਕਾਰੀ ਅਫਸਰ ਹੀ ਲੈਂਡ ਗਰਾਬਰ ਜਾਂ ਆਪਾਂ ਕਹੀਏ ਕਿ ਜਿਹੜੇ ਭੂਮੀ ਮਾਫੀਆ ਹੁੰਦੇ ਆ ਜੇ ਉਹਨਾਂ ਨਾਲ ਜੁੜ ਕੇ ਮਿਲੀ ਭੁਗਤ ਕਰਕੇ ਉਸ ਵਕਤ ਦੀ ਹਜ਼ਾਰਾਂ ਲੱਖਾਂ ਦੀ ਘਪਲੇਬਾਜ਼ੀ ਕਰਨਗੇ ਤਾਂ ਕਿਤੇ ਨਾ ਕਿਤੇ ਅੱਗੇ ਜਾ ਕੇ ਮਾਹੌਲ ਖਰਾਬ ਹੁੰਦਾ ਹੀ ਹੈ। ਥੋੜੀ ਹੋਰ ਜਾਣਕਾਰੀ ਹਾਸਲ ਕਰਦੇ ਹਾਂ। ਹਾਂਜੀ ਦੇਖੋ ਤੁਸੀਂ ਜਿਹੜੀ ਇਹ ਜਿਹੜਾ ਪ੍ਰਵਰਬ ਬੋਲਿਆ ਹੈ ਕੁੱਤੀ ਵਾਲੀ ਗੱਲ ਹੈ ਦੇਖੋ ਇੱਕ ਬੜਾ ਇੰਪੋਰਟੈਂਟ ਹੈ ਕਿ ਜੇ ਇੱਕ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਉਹਨਾਂ ਨਾਲ ਰਲ ਕੇ ਬੈਨੀਫਿਟ ਦਿੱਤਾ ਤੇ ਦੂਜਾ ਅੱਜ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਸਾਡੀ ਟੀਮ ਨੇ ਬਿਲਕੁਲ ਉਲਟਾ ਚੱਲ ਕੇ ਸਿਸਟਮ ਦੇ ਵਿੱਚ ਜਿਹੜਾ ਸਹੀ ਬੰਦੇ ਦਾ ਆਉਣਾ ਬੜਾ ਜ਼ਰੂਰੀ ਹੈਗਾ ਵਾ ਅਸੀਂ ਹੀ ਉਸ ਨੂੰ ਅੱਜ ਉਹਨੂੰ ਖਦੇੜਿਆ ਵਾ ਅਸੀਂ ਹੀ ਅੱਜ ਉਸ ਨੂੰ ਉਹਨਾਂ ਨੂੰ ਜਿਹੜਾ ਹੈਗਾ ਵਾ ਅੱਜ ਇੰਪਰੂਵਮੈਂਟ ਟਰਸਟ ਦੀਆਂ ਜਿਹੜੀਆਂ ਮੈਂ ਪ੍ਰਾਪਰਟੀਜ਼ ਨੂੰ ਬਚਾਇਆ ਵਾ। ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵਾ ਵੀ ਜਦ ਦਾ ਮੈਂ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਬਣਿਆ ਵਾ ਮੇਰਾ ਖਿਆਲ ਹੈ ਕਿ 100-150 ਕਰੋੜ ਦੀ ਪ੍ਰਾਪਰਟੀ ਜਿਹੜੀ ਅੰਡਰ ਐਨਕਰੋਚਮੈਂਟ ਸੀਗੀ ਜਾਂ ਲੋਕਾਂ ਨੇ ਗਲਤ ਤਰੀਕੇ ਦੇ ਨਾਲ ਆਪਣੇ ਕੋਲੇ ਹਥਿਆ ਕੇ ਰੱਖੀ ਹੋਈ ਸੀ ਅਸੀਂ ਉਹ ਵਾਪਸ ਇੰਪਰੂਵਮੈਂਟ ਟਰਸਟ ਦੇ ਜਿਹੜੇ ਜਾਂ ਲੱਲੀ ਹੈ ਜਾਂ ਲੈਣ ਦੇ ਪ੍ਰੋਸੈਸ ਵੱਲ ਤੁਰ ਪਏ ਹੋਏ ਆ। ਬੜਾ ਇੰਪੋਰਟੈਂਟ ਹੁੰਦਾ ਵਾ ਕਿ ਵੀ ਤੁਹਾਨੂੰ ਜਿਹੜੀ ਤੁਹਾਡੀ ਜਿਹੜੀ ਇੰਸਟੀਟਿਊਸ਼ਨ ਦੀ ਲੀਡਰਸ਼ਿਪ ਕਿੱਦਾਂ ਦੇ ਆਦਮੀ ਕਰਦੇ ਪਏ ਆ। ਮੈਨੂੰ ਪੂਰੀ ਸਪੋਰਟ ਹੈ ਮੇਰੇ ਸਟਾਫ ਦੀ ਮੈਨੂੰ ਪੂਰੀ ਸਪੋਰਟ ਹੈ ਮੇਰੇ ਅਫਸਰਾਂ ਸਾਹਿਬਾਨ ਦੀ ਔਰ ਸਾਡੇ ਮੰਤਰੀ ਜੀ ਦੀ ਔਰ ਚੀਫ ਮਿਨਿਸਟਰ ਦੀ ਔਰ ਲੋਕਲ ਪੋਲੀਟੀਕਲ ਐਸਟੈਬਲਿਸ਼ਮੈਂਟ ਦੀ। ਅਸੀਂ ਇੰਪਰੂਵਮੈਂਟ ਟਰਸਟ ਦੀ ਜਿਹੜੀ ਹੈ ਇਮੇਜ ਹੈਗਾ ਬਦਲਣ ਨੂੰ ਤਤਪਰ ਹੈ ਔਰ ਅਸੀਂ ਲੋਕਾਂ ਦੀ ਸੇਵਾ ਕਰਨ ਲਈ ਬਣੇ ਹਾਂ ਅਸੀਂ ਲੋਕਾਂ ਦੀ ਸੇਵਾ ਕਰਾਂਗੇ। ਸੋ ਗੱਲ ਉਹੀ ਹੈ ਕਿ ਥਾਣਾ ਉਹੀ ਹੁੰਦਾ ਹੈ ਕਦੀ ਥਾਣੇਦਾਰ ਮਾੜਾ ਹੁੰਦਾ ਤੇ ਕਈ ਥਾਣੇਦਾਰ ਚੰਗਾ ਜਾਂਦਾ ਹੈ। ਸੋ ਇੱਕ ਸਵਾਲ ਹੋਰ ਹੈ ਕਿ ਜੋ ਬਹੁ ਕਰੋੜੀ ਇਹ ਘਪਲਾ ਹੈ ਇਹ 100 ਕਰੋੜ ਦੇ ਆਸ-ਪਾਸ ਦੀ ਜੋ ਆਵਾਜ਼ ਹੈ ਮਾਰਕੀਟ ਦੇ ਵਿੱਚ ਤੇ 150 ਗੱਜ ਦੇ ਪਲਾਟ ਨੇ ਜਿਹੜੇ ਤੁਸੀਂ ਦੱਸੇ ਆ ਤੇ ਇਹਦੀ ਐਕਚੁਅਲ 'ਚ ਵੈਲਿਊ ਕਿੰਨੀ ਕਿ ਜੇ ਸਹੀ ਆਪਾਂ ਲਾ ਕੇ ਚੱਲੀਏ ਤੇ ਇਹਦੇ ਵਿੱਚ ਟੋਟਲ ਬੰਦੇ ਕਿੰਨੇ ਕੁ ਇਨਵੋਲਵ ਸੀਗੇ। ਦੇਖੋ ਇਹ ਹੁਣ ਮੈਟਰ ਆਫ ਇਨਵੈਸਟੀਗੇਸ਼ਨ ਹੈ। ਜਿਹੜਾ ਲੈਂਡ ਦੀ ਪ੍ਰਾਈਸ ਹੈ ਜੇ ਤਾਂ ਤੁਸੀਂ 80 ਦੇ ਰੇਟ 'ਚ ਲਾਓਗੇ ਤੇ ਫਿਰ ਸ਼ਾਇਦ 100 ਕਰੋੜ ਨਹੀਂ ਬਣਦਾ ਹੋਵੇ। ਮੈਂ ਤਾਂ ਅੱਜ ਦੀ ਰੇਟ ਜਿਹੜਾ ਸਮਝਦਾ ਕਿਉਂਕਿ ਉੱਥੇ ਹਰੇਕ ਕਿਸੇ ਵੀ ਜਗ੍ਹਾ 'ਤੇ ਸਾਡਾ ਲੁਧਿਆਣੇ ਦੇ ਵਿੱਚ ਪਲਾਟ ਜਿਹੜੇ ਹੈਗੇ ਆ ਉਹ ਕਰੋੜ 1.5 ਕਰੋੜ 2 ਕਰੋੜ ਦੇ ਪਲਾਟਸ ਹੈਗੇ ਆ ਕਿਉਂਕਿ ਜੇ ਘਰ ਬਣ ਗਿਆ ਤਾਂ ਫਿਰ ਹੋਰ ਉਸ ਤੋਂ ਮਹਿੰਗਾ ਹੋਏਗਾ ਡਿਪੈਂਡਿੰਗ ਅਪੋਨ ਦ ਲੋਕੇਸ਼ਨ ਇਹ ਸਾਈਟ ਹੈਗਾ ਬਟ ਇਟ ਇਜ਼ ਅ ਮਲਟੀ ਕਰੋੜ ਸਕੈਮ ਇਟ ਮੇ ਬੀ 100 ਕਰੋੜ ਨਾ ਹੋਵੇ ਹੋ ਸਕਦਾ 80 ਕਰੋੜ ਦਾ ਹੋਵੇ 70 ਦਾ ਹੋਵੇ 90 ਹੋਵੇ ਪਰ ਗੱਲ ਉਹ ਇੰਪੋਰਟੈਂਟ ਨਹੀਂ ਹੈ। ਗੱਲ ਇਹ ਹੈ ਕਿ ਵੀ ਅਸੀਂ ਇੰਸਟੀਟਿਊਸ਼ਨ ਐਜ਼ ਐਨ ਇੰਸਟੀਟਿਊਸ਼ਨ ਕੀ ਉਸ ਫਰਾਡ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਏ ਕਿ ਨਹੀਂ ਹੋਏ। ਅਸੀਂ ਨੰਬਰ 2 ਅਸੀਂ ਉਹ ਸਿਸਟੇਮੈਟਿਕਲੀ ਜਿਹੜਾ ਜੁਡੀਸ਼ੀਅਲ ਦਾ ਪ੍ਰੋਸੈਸ ਸੀਗਾ
ਅਸੀਂ ਜੁਡੀਸ਼ਰੀ ਨੂੰ ਪੇਸ਼ ਕਰਕੇ ਇਹ ਪੇਸ਼ ਕਰਨ 'ਚ ਕਾਮਯਾਬ ਹੋ ਗਏ ਕਿ ਵੀ ਹਾਂ ਜੀ ਅਸੀਂ ਇਹ ਵੀ ਐਡਮਿਟ ਕੀਤਾ ਕਿ ਸਾਡੇ ਆਫੀਸਰਸ ਤੇ ਦੀ ਮਿਲੀ ਭਗਤ ਸੀ। ਸਾਡੇ ਆਫੀਸਰਸ ਦੇ ਅਗੇਂਸਟ ਜਿਹੜੀ ਹੈ FIR ਹੋਈ ਹੈ, ਉਹਨਾਂ ਨੂੰ ਅਰੈਸਟ ਵੀ ਕੀਤਾ ਵਾ। ਮਤਲਬ ਇਹ ਨਹੀਂ ਹੈਗਾ ਵਾ ਅਸੀਂ ਉਹਨਾਂ ਨੂੰ ਪੂਰਾ, ਅਸੀਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਹੈ। ਜਿਹੜੀ ਉਹ ਕੜੀ ਸੀ ਕਿ ਜਿਨ੍ਹਾਂ ਨੇ ਕ੍ਰਿਮੀਨਲੀ ਇਨਵੋਲਵਡ ਸੀ ਇੱਕ ਦੂਜੇ ਨਾਲ, ਅਸੀਂ ਹਰੇਕ ਦੇ ਪਿੱਛੇ ਹੈਗੇ ਹਾਂ। ਔਰ ਇਹ ਸਿੱਟ ਜਿਹੜੀ ਹੈ ਉਹਨਾਂ ਨੇ 3 ਮਹੀਨੇ ਦੇ ਵਿੱਚ ਰਿਪੋਰਟ ਦੇਣੀ ਹੈਗੀ ਹੈ। ਹੋਪਫੁਲੀ ਹੋਰ ਜਿਹੜੇ ਲੋਕ ਇਕੱਲੇ ਇੰਪਰੂਵਮੈਂਟ ਟਰਸਟ ਦੇ ਅਫਸਰ ਨਹੀਂ, ਉਹ ਜਿਹੜੇ ਲੋਕ ਜਿਹੜੇ ਇਹਨਾਂ ਨੇ ਲੋਕਾਂ ਨਾਲ ਚੀਟ ਕੀਤਾ ਵਾ ਜਿਹੜਾ ਹੈਗਾ ਵਾ, ਉਹਨਾਂ ਨੂੰ ਵੀ ਜਿਹੜਾ ਵਾ ਅੰਜਾਮ ਤੱਕ ਪਹੁੰਚਣਗੇ। ਔਰ ਸਿੱਟ ਜਿਹੜੀ ਹੈ ਬੜੀ ਇਫੈਕਟਿਵਲੀ ਕੰਮ ਕਰ ਰਹੀ ਹੈਗੀ ਹੈ ਔਰ ਸਾਨੂੰ ਪੂਰੀ ਕੋਆਪਰੇਸ਼ਨ ਹਰੇਕ ਇੰਸਟੀਟਿਊਸ਼ਨ ਦੀ ਹੈ, ਚਾਹੇ ਉਹ ਡਿਪਟੀ ਕਮਿਸ਼ਨਰ ਸਾਹਿਬ ਨੇ, ਚਾਹੇ ਉਹ CP ਸਾਹਿਬ ਨੇ, ਚਾਹੇ ਉਹਨਾਂ ਦੇ ਥੱਲੇ ਅਮਲਾ ਹੈਗਾ ਵਾ। ਅਸੀਂ ਜੋ ਚੀਜ਼ ਉਹਨਾਂ ਨੂੰ ਲਿਖ ਕੇ ਦਿੰਨੇ ਪਏ ਹਾਂ, ਜੋ ਚੀਜ਼ ਅਸੀਂ ਉਹਨਾਂ ਨੂੰ ਕਹਿੰਦੇ ਪਏ ਹਾਂ, ਉਹ ਇਨ ਦਾ ਇੰਟਰਸਟ ਆਫ ਜਸਟਿਸ ਉਹ ਕੰਮ ਕਰ ਰਹੇ ਨੇ। ਸੋ ਗੱਲ ਉਹੀ ਆ ਜਾਂਦੀ ਹੈ ਕਿ ਫਰਾਡ ਤੇ ਜਸਟਿਸ ਕਾਂਟ ਮੂਵ ਟੂਗੈਦਰ, ਤੇ ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਸੋ ਜੇ ਫਰਾਡ ਹੋਇਆ ਤਾਂ ਕਿਤੇ ਨਾ ਕਿਤੇ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਪਊਗਾ। ਜਿਵੇਂ ਚੇਅਰਪਰਸਨ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਹੁਣ ਆਪਣੇ ਵੱਡੇ ਜਿਹੜੇ ਪੁਲਿਸ ਅਫਸਰ ਨੇ ਉਹ ਵਿੱਚ ਆਏ ਨੇ, ਇਨਵੈਸਟੀਗੇਸ਼ਨ ਹੋ ਰਹੀ ਹੈ, ਸਿੱਟ ਬਣੀ ਹੋਈ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ, ਕਮਿਸ਼ਨਰ ਲੈਵਲ ਤੱਕ ਗੱਲ ਗਈ ਹੋਈ ਹੈ, ADCP DCP ਲੈਵਲ ਤੱਕ ਦੇ ਜਿਹੜੇ ਅਫਸਰ ਨੇ ਵਿੱਚ ਹੁਣ ਆ ਕੇ ਸਾਰਾ ਇਨਕੁਆਇਰ ਕਰ ਰਹੇ ਆ। ਜੋ ਹੁਣ ਤੱਕ ਦੀ ਜਾਣਕਾਰੀ ਹਾਸਲ ਹੋਈ ਹੈ, ਕੁਝ ਕੁ ਗ੍ਰਿਫਤਾਰੀਆਂ ਹੋਈਆਂ ਵੀ ਨੇ, ਜਿਹੜੇ ਰਿਟਾਇਰੀਜ਼ ਵੀ ਸੀਗੇ, ਰਿਟਾਇਰ ਵੀ ਹੋ ਚੁੱਕੇ ਸੀਗੇ ਪੁਰਾਣੇ ਅਫਸਰ, ਜਿਨ੍ਹਾਂ ਨੇ ਭੂ ਮਾਫੀਆ ਜਾਂ ਲੈਂਡ ਗ੍ਰੈਬਰਸ ਦੇ ਨਾਲ ਮਿਲ ਕੇ ਇਹਨੂੰ ਅਮਲੀ ਜਾਮਾ ਪਹਿਨਾਇਆ ਸੀਗਾ। ਸੋ ਉਹਨਾਂ ਤੇ ਵੀ ਹੁਣ ਪੁਲਿਸ ਦੇ ਹੱਥ ਪਹੁੰਚਣ ਵਾਲੇ ਆ, ਸ਼ਿਕੰਜਾ ਕੱਸਣ ਜਾ ਰਿਹਾ। ਸੋ ਦੇਖਣਾ ਹੋਵੇਗਾ ਕਿ ਹੁਣ ਤੱਕ ਜਿਹੜੇ 25 ਪਲਾਟ ਗਏ ਹੋਏ ਆ ਤੇ 33 ਪਲਾਟਾਂ ਤੇ ਮੁੜ ਸ਼ਹੀਦ ਭਗਤ ਸਿੰਘ ਜਿਹੜੀ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ ਹੈਗੀ ਹੈ ਉਹ ਆ ਕੇ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲੇਕਿਨ ਕਿਤੇ ਨਾ ਕਿਤੇ ਇਹ ਆਮ ਨਾਗਰਿਕ ਦਾ ਪੈਸਾ ਹੈ, ਆਮ ਨਾਗਰਿਕਾਂ ਦੇ ਟੈਕਸਾਂ ਦਾ ਪੈਸਾ ਹੈ, ਜੋ ਇੱਕ ਸੇਵ ਲੈਂਡ ਦੇ ਰੂਪ ਦੇ ਵਿੱਚ ਇੰਪਰੂਵਮੈਂਟ ਟਰਸਟ ਜਾਂ ਗਲਾਡਾ ਇਹਨਾਂ ਦੇ ਕੋਲ ਪਿਆ ਹੁੰਦਾ ਹੈ। ਸੋ ਉਹਨੇ ਦੇਖਣਾ ਹੋਵੇਗਾ ਤੇ ਅੱਗੇ ਹੋਰ ਜਾਣਕਾਰੀ ਹਾਸਲ ਕਰਾਂਗੇ ਪੁਲਿਸ ਦੇ ਉਹਨਾਂ ਉੱਚ ਅਧਿਕਾਰੀਆਂ ਕੋਲੋਂ ਕਿ ਕਿਸ ਤਰ੍ਹਾਂ ਹੁਣ ਤੱਕ ਦੀ ਜੋ ਕਾਰਵਾਈ ਚੱਲ ਰਹੀ ਹੈ ਉਹਦੇ ਵਿੱਚ ਕੀ ਗ੍ਰਿਫਤਾਰੀਆਂ ਹੋਈਆਂ ਨੇ, ਕਿੰਨਾ ਕੁ ਮਾਮਲਾ ਸਾਹਮਣੇ ਆਇਆ, ਤਾਂ ਕਿ ਜਲਦ ਹੀ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ Facebook ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ।